ਕਹਿੰਦੇ ਨੇ ਪੰਡ ਬੰਨਣ ਲੱਗਿਆਂ ਜੱਟ ਤੇ ਮਜ਼ਬੀ ਦੇ ਸਿਰ ਜੁੜ ਜਾਂਦੇ ਹਨ। ਇਹ ਧੁਰੋਂ ਲਿਖਿਆ ਆਇਆ ਹੈ। ਤੇ ਇੱਕ ਗੱਲ ਹੋਰ ਧੁਰੋਂ ਲਿਖੀ ਆਈ ਹੈ ਕਿ ਜੱਟ ਨੂੰ ਜਦੋਂ ਅੱਧੀ ਰਾਤ ਵੀ ਲੋੜ ਪਵੇ ਤਾਂ ਉਹ ਨਚਾਕ ਆਪਣੇ ਸ਼ਾਹ ਦਾ ਬੂਹਾ ਖੜਕਾਉਂਦਾ ਹੈ ਤੇ ਸ਼ਾਹ ਆਪਣਾ ਧਰਮ ਨਿਭਾਉਂਦਿਆਂ ਉਸ ਜੱਟ ਦੇ ਆਸਰੇ ਵਾਸਤੇ ਆਪਣਾ ਮੋਢਾ ਅੱਗੇ ਕਰ ਦਿੰਦਾ ਹੈ। ਇਹ ਵੀ ਧੁਰੋਂ ਲਿਖੀ ਆਈ ਹੈ। ਅਸੀਂ ਨਾ ਤਾਂ ਆਪਣੇ ਸਿਰੀ ਤੋਂ ਆਪਣੇ ਭਿਆਲ ਤੋਂ ਬਿਨਾਂ ਵਾਹੀ ਕਰ ਸਕਦੇ ਹਾਂ ਤੇ ਨਾ ਸਾਡੀ ਸ਼ਾਹ ਤੋਂ ਬਿਨਾਂ ਕੋਈ ਗਾਤੀ ਹੁੰਦੀ ਹੈ ਤੇ ਨਾ ਪੱਤ ਹੁੰਦੀ ਹੈ। ਤੇ ਅੱਜ ਅਸੀਂ ਜਿਸ ਸ਼ਾਹ ਬਾਰੇ ਜਿਸ ਆੜਤੀਏ ਬਾਰੇ ਗੱਲ ਕਰਨ ਲੱਗੇ ਹਾਂ ਉਸ ਦਾ ਸੁਭਾਅ ਵੀ ਕੁਝ ਇਸੇ ਤਰ੍ਹਾਂ ਦਾ ਸੀ ਕਿ ਔਖੀ ਘੜੀ ਵੇਲੇ ਜੱਟ ਵਾਸਤੇ ਉਹ ਆਸਰਾ ਬਣਿਆ ਤੇ ਫਿਰ ਉਸਨੇ ਜੱਟ ਦਾ ਦਰਦ, ਜੱਟ ਦੀ ਜੂਨ ਦਾ ਦਰਦ ਜੋ ਹੈ ਉਸ ਨੂੰ ਖੁਦ ਵੀ ਮਹਿਸੂਸ ਕੀਤਾ। ਜੱਟ ਦੀ ਜੂਨ ਨਾਵਲ ਵਰਗੇ ਨਾਵਲ ਦਾ ਰਚਨਾਕਾਰ ਡਾਕਟਰ ਰਾਜਕੁਮਾਰ ਗਰਗ, ਜਿਨ੍ਹਾਂ ਨੇ ਇਸ ਨਾਵਲ ਦੀ ਰਚਨਾ ਕੀਤੀ, ਅੱਜ ਉਹ ਸਾਡੇ 'ਚ ਨਹੀਂ ਨੇ। ਬੇਸ਼ੱਕ ਦੇਹ ਰੂਪ ਵਿੱਚ ਉਹ ਸਾਡੇ ਕੋਲ ਨਹੀਂ ਨੇ, ਪਰ ਉਹਨਾਂ ਦੀਆਂ ਰਚਨਾਵਾਂ ਉਹ ਸਾਡੇ ਕੋਲ ਹਮੇਸ਼ਾ ਰਹਿਣਗੀਆਂ। ਇੱਕ ਆਮ ਇਨਸਾਨ ਵਾਂਗ ਜੀਵੇ ਡਾਕਟਰ ਰਾਜਕੁਮਾਰ ਗਰਗ ਨੂੰ ਯਾਦ ਕਰਨ ਦਾ, ਉਹਨਾਂ ਨੂੰ ਯਾਦ ਰੱਖਣ ਦਾ ਸਾਡਾ ਇੱਕ ਛੋਟਾ ਜਿਹਾ ਯਤਨ ਹੈ, ਛੋਟੀ ਜਿਹੀ ਕੋਸ਼ਿਸ਼ ਹੈ। ਇਸ ਅੰਕ ਦੇ ਵਿਸ਼ੇਸ਼ ਸੰਪਾਦਕ ਨਿਰੰਜਨ ਬੋਹਾ ਦੇ ਨਾਲ ਨਾਲ ਅਸੀਂ ਉਹਨਾਂ ਸਾਹਿਤਕਾਰ ਹਸਤੀਆਂ ਦੇ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਡਾਕਟਰ ਰਾਜਕੁਮਾਰ ਗਰਗ ਦੇ ਬਾਰੇ ਇਸ ਵਿਸ਼ੇਸ਼ ਅੰਕ ਨੂੰ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਸਾਡੀ ਮਦਦ ਕੀਤੀ ਹੈ। ਆਓ ਗੱਲਾਂ ਕਰਦੇ ਹਾਂ ਬਹੁਤ ਹੀ ਪ੍ਰਸਿੱਧ ਨਾਵਲਕਾਰ ਡਾਕਟਰ ਰਾਜਕੁਮਾਰ ਗਰਗ ਹੋਰਾਂ ਦੇ ਬਾਰੇ। ਦਸਤਾਵੇਜ਼ YouTube ਚੈਨਲ ਨਾਲ ਜੁੜੇ ਮੇਰੇ ਬਹੁਤ ਹੀ ਪਿਆਰੇ ਦੋਸਤੋ, ਸਾਹਿਤਕ ਆਦਾਬ, ਮੈਂ ਹਾਂ ਤੁਹਾਡਾ ਆਪਣਾ ਨਿਰੰਜਨ ਬੋਹਾ। ਦੋਸਤੋ, ਜੀਵਨ ਦੇ ਹੋਰ ਖੇਤਰਾਂ ਵਾਂਗ ਸਾਹਿਤ ਦੇ ਖੇਤਰ 'ਚ ਵੀ ਕਈ ਅਜਿਹੇ ਵਰਤਾਰੇ ਵਾਪਰਦੇ ਨੇ ਜੋ ਵੇਖਣ ਨੂੰ ਬੜੇ ਅਜੀਬ ਜਿਹੇ ਲੱਗਦੇ ਨੇ। ਕਿਸੇ ਆੜਤੀਏ ਸੇਠ ਵੱਲੋਂ ਜੱਟ ਦੀ ਜੂਨ ਬਾਰੇ ਨਾਵਲ ਲਿਖਣਾ, ਉਸ ਦੀ ਮੰਡੀ 'ਚ ਹੋ ਰਹੀ ਲੁੱਟ ਦੀ ਗੱਲ ਕਰਨਾ, ਉਸ ਵੱਲੋਂ ਲਿਖੇ ਨਾਵਲ ਦਾ ਵੱਡੇ ਪੱਧਰ 'ਤੇ ਪੜ੍ਹੇ ਜਾਣਾ, ਨਾਵਲ ਦੇ ਕਈ ਐਡੀਸ਼ਨ ਛਪਣੇ ਆਪਣੇ ਆਪ 'ਚ ਬੜੀ ਅਜੀਬ ਜਿਹੀ ਗੱਲ ਲੱਗਦੀ ਹੈ। ਪਰ ਦੋਸਤੋ, ਇਹ ਸੱਚ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਦਿਨੀਂ ਸਾਡੇ ਤੋਂ ਵਿਛੜ ਗਏ ਸਾਡੇ ਬਹੁਤ ਹੀ ਪਿਆਰੇ ਨਾਵਲਕਾਰ ਰਾਜਕੁਮਾਰ ਗਰਗ ਨੇ ਆੜਤੀਏ ਵਰਗ ਨਾਲ ਸੰਬੰਧਿਤ ਹੁੰਦਿਆਂ ਵੀ ਇਸ ਅਲੌਕਿਕ ਸੱਚ ਨੂੰ ਲੌਕਿਕ ਬਣਾ ਕੇ ਪੇਸ਼ ਕੀਤਾ ਹੈ। ਉਸ ਵੱਲੋਂ ਲਿਖਿਆ ਬਹੁਤ ਚਰਚਿਤ ਨਾਵਲ ਜੱਟ ਦੀ ਜੂਨ ਨੇ ਉਸ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਹੈ ਤੇ ਇਹ ਪਛਾਣ ਇਸ ਤਰ੍ਹਾਂ ਦੀ ਹੈ ਕਿ ਉਸ ਦੀ ਸ਼ਾਹੂਕਾਰੀ ਪਹਿਚਾਣ ਤੇ ਭਾਰੂ ਪੈਂਦਿਆਂ ਇਸ ਨੇ ਉਸ ਨੂੰ ਜੱਟ ਦੀ ਜੂਨ ਵਾਲਾ ਰਾਜਕੁਮਾਰ ਬਣਾ ਦਿੱਤਾ।
ਸੋ ਦੋਸਤੋ, ਇਹ ਆਪਣੇ ਆਪ 'ਚ ਇੱਕ ਵੱਡੀ ਤੇ ਅਨੋਖੀ ਗੱਲ ਹੈ। ਮੈਂ ਸਮਝਦਾ ਕਿ ਆੜ੍ਹਤੀਏ ਸ਼ਾਹੂਕਾਰ ਵਰਗ 'ਚੋਂ ਕੋਈ ਵਿਰਲਾ ਵਿਅਕਤੀ ਹੀ ਹੋ ਸਕਦਾ ਹੈ ਜਿਹੜਾ ਰਾਜਕੁਮਾਰ ਗਰਗ ਵਾਂਗ 26 ਪੁਸਤਕਾਂ ਦਾ ਵਡਮੁੱਲਾ ਯੋਗਦਾਨ ਪੰਜਾਬੀ ਸਾਹਿਤ ਦੇ ਖੇਤਰ 'ਚ ਪਾ ਸਕੇ। ਦੋਸਤੋ, ਭਾਵੇਂ ਉਸ ਕੁਝ ਸਮਾਂ ਖੇਤੀਬਾੜੀ ਇੰਸਪੈਕਟਰ ਵਜੋਂ ਸਰਕਾਰੀ ਨੌਕਰੀ ਵੀ ਕੀਤੀ ਹੈ, ਪਰ ਉਸ ਦਾ ਜਿਹੜਾ ਵਧੇਰੇ ਸਮਾਂ ਹੈ, ਜੋ ਕਮਾਈ ਕਰਨ ਦਾ ਸਮਾਂ ਹੈ, ਉਹ ਆੜ੍ਹਤ ਤੇ ਸ਼ੈਲਰ ਦੇ ਕਾਰੋਬਾਰ ਵਿੱਚ ਬੀਤਿਆ ਹੈ। ਆੜ੍ਹਤ ਦੇ ਕਾਰੋਬਾਰ ਨਾਲ ਜੁੜੇ ਹੋਣ ਕਾਰਨ ਉਸ ਦਾ ਜੱਟ ਕਿਸਾਨਾਂ ਨਾਲ ਆਮ ਵਾਹ ਪੈਂਦਾ। ਉਹ ਆਪ ਵੀ ਪਿੰਡਾਂ ਦਾ ਜੰਮਪਲ ਸੀ, ਇਸ ਕਰਕੇ ਉਹ ਪੇਂਡੂ ਜੱਟ ਕਿਸਾਨ ਦੀਆਂ ਮਨੋ ਸਮਾਜਿਕ ਸਮੱਸਿਆਵਾਂ ਨਾਲ ਮਾਨਸਿਕ ਤੌਰ 'ਤੇ ਜੁੜਿਆ ਹੋਇਆ ਸੀ। ਉਹਨਾਂ ਪ੍ਰਤੀ ਹਮਦਰਦੀ ਰੱਖਦਾ ਸੀ ਅਤੇ ਇਸੇ ਕਰਕੇ ਉਹ ਇੰਨਾ ਚਰਚਿਤ ਨਾਵਲ ਲਿਖ ਸਕਿਆ। ਦੋਸਤੋ, ਰਾਜਕੁਮਾਰ ਗਰਗ ਇੱਕ ਜਿੰਦਾ ਦਿਲ ਮਨੁੱਖ ਸੀ। ਉਸ ਦੇ ਜੀਵਨ 'ਚ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਉਤਰਾਅ ਚੜ੍ਹਾਅ ਆਏ ਨੇ। ਸ਼ਾਹੂਕਾਰੇ ਅਤੇ ਪੇਂਡੂ ਬੈਂਕਰ ਘਰਾਣੇ 'ਚ ਜਨਮੇ ਹੋਣ ਕਰਕੇ ਉਸ ਦਾ ਬਚਪਨ ਸੱਚਮੁੱਚ ਹੀ ਰਾਜਕੁਮਾਰਾਂ ਵਾਂਗ ਬੀਤਿਆ। ਜਵਾਨੀ ਪਹਿਰੇ ਉਸ ਜਿੱਥੇ ਰਾਜਨੀਤੀ ਦੇ ਖੇਤਰ 'ਚ ਚੰਗਾ ਨਾਂ ਕਮਾਇਆ, ਰਾਜਸੀ ਪਾਰਟੀਆਂ ਦੇ ਉੱਚੇ ਅਹੁਦਿਆਂ 'ਤੇ ਰਿਹਾ, ਉੱਥੇ ਉਸ ਨਾਲ ਹੀ ਆਰੀਆ ਸਮਾਜ ਨਾਲ ਸੰਬੰਧਿਤ ਵਿੱਦਿਅਕ ਸੰਸਥਾਵਾਂ ਦੇ ਸੰਚਾਲਨ 'ਚ ਵੀ ਮੋਹਰੀ ਭੂਮਿਕਾ ਨਿਭਾਈ। ਇੱਕ ਪਾਸੇ ਉਸ ਪੰਜਾਬੀ ਕਹਾਣੀ ਅਤੇ ਪੰਜਾਬੀ ਨਾਵਲ ਦੇ ਖੇਤਰ 'ਚ ਆਪਣੇ ਹਿੱਸੇ ਦੀ ਪਹਿਚਾਣ ਬਣਾਈ ਅਤੇ ਦੂਸਰੇ ਪਾਸੇ ਬਰਨਾਲਾ ਸ਼ਹਿਰ ਦੇ ਚੋਟੀ ਦੇ ਵਪਾਰੀਆਂ 'ਚ ਉਹਦਾ ਨਾਂ ਬੋਲਦਾ ਰਿਹਾ। ਪਰ ਦੋਸਤੋ, ਇਹ ਚੰਗੇ ਦਿਨ, ਇਹ ਖੁਸ਼ਹਾਲੀ ਦੇ ਦਿਨ ਉਸ ਦੇ ਬਚਪਨ ਅਤੇ ਜਵਾਨੀ ਦਾ ਇਤਿਹਾਸ ਤਾਂ ਬਣੇ, ਪਰ ਅਧੇੜ ਉਮਰ ਅਤੇ ਬੁਢਾਪੇ ਦੀ ਉਮਰ 'ਚ ਇਹਨਾਂ ਦਿਨਾਂ ਨੇ ਉਸ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਪੰਜਾਬ 'ਚ ਇੱਕ ਸਮਾਂ ਅਜਿਹਾ ਵੀ ਆਇਆ ਜਿਸ ਨੂੰ ਕਾਲੇ ਦੌਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਅਤੇ ਇਸ ਦੌਰ ਨੇ ਉਸ ਦਾ ਚੱਲਦਾ ਸਾਰਾ ਵਪਾਰ ਚੌਪਟ ਕਰਕੇ ਰੱਖ ਦਿੱਤਾ। ਇੱਕ ਗਲਤੀ ਉਸ ਤੋਂ ਇਹ ਹੋਈ ਕਿ ਉਸ ਨੇ ਚੰਗੀ ਚੱਲਦੀ ਸਰਕਾਰੀ ਨੌਕਰੀ ਛੱਡ ਦਿੱਤੀ ਅਤੇ ਉਸ ਦੀ ਜ਼ਿੰਦਗੀ ਇੱਕ ਵਾਰ ਪੂਰੀ ਤਰ੍ਹਾਂ ਲੀਹ ਤੋਂ ਲੈ ਗਈ। ਪਰ ਇਹ ਜਿੰਦਾ ਦਿਲ ਮਨੁੱਖ ਟੁੱਟਿਆ ਨਹੀਂ, ਹਾਰਿਆ ਨਹੀਂ, ਸਗੋਂ ਸੰਘਰਸ਼ ਕਰਦਾ ਰਿਹਾ। ਖੇਤੀਬਾੜੀ ਨਾਲ ਸੰਬੰਧਿਤ ਕੀਤੀ ਪੜ੍ਹਾਈ ਨੇ ਉਸ ਨੂੰ ਇੱਕ ਵਾਰ ਫੇਰ ਸਹਾਰਾ ਦਿੱਤਾ ਅਤੇ ਉਹ ਕਿਸੇ ਪ੍ਰਾਈਵੇਟ ਕਾਲਜ 'ਚ ਪੜ੍ਹਾਉਣ ਲੱਗ ਪਿਆ। ਸੋ ਦੋਸਤੋ, ਮੈਂ ਉਸ ਨੂੰ ਕਦੇ ਵੀ ਇੱਕ ਹਾਰੇ ਹੋਏ ਮਨੁੱਖ ਵਾਂਗ ਨਿਰਾਸ਼ ਜਿਹੀਆਂ ਗੱਲਾਂ ਕਰਦੇ ਨਹੀਂ ਵੇਖਿਆ। ਉਸ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਵੇਖਿਆ। ਪਿਛਲੇ ਦਿਨੀ 15-20 ਦਿਨ ਪਹਿਲਾਂ ਹੀ ਉਸ ਦੇ ਤੁਰ ਜਾਣ ਤੋਂ ਮੇਰੇ ਕੋਲ ਉਸ ਦਾ ਨਵਾਂ ਨਾਵਲ ਚਾਨਣ ਦੀ ਉਡੀਕ ਪਹੁੰਚਿਆ ਅਤੇ ਇਸ ਨਾਵਲ 'ਚ ਵੀ ਉਸ ਨੇ ਚੰਗੇ ਦਿਨਾਂ ਦੀ ਉਡੀਕ ਕੀਤੀ ਹੈ, ਚਾਨਣ ਦੀ ਉਡੀਕ ਕੀਤੀ ਹੈ।
ਉਹਦੇ ਜੀਵਨ 'ਚ ਕਿੰਨੀ ਵੀ ਉਥਲ-ਪੁਥਲ ਹੋਈ, ਉਹ ਕਦੇ ਵੀ ਸਾਹਿਤ ਸਿਰਜਣਾ ਦੇ ਕਾਰਜ ਨਾਲੋਂ ਟੁੱਟਿਆ ਨਹੀਂ। ਅਤੇ ਮੈਂ ਸਮਝਦਾ ਕਿ ਸਾਹਿਤ ਨਾਲ ਜੁੜੇ ਹੋਏ ਹੋਣ ਕਾਰਨ ਹੀ ਉਹ ਔਖੇ ਤੋਂ ਔਖੇ ਸਮੇਂ ਨੂੰ ਹੱਸਦਿਆਂ ਕੱਟ ਗਿਆ। ਆਪਣੀ ਜ਼ਿੰਦਗੀ ਦੇ ਮੈਂ ਸਮਝਦਾ 2-4 ਸਾਲ ਵੱਧ ਜਿਉਂ ਗਿਆ ਉਹ ਸਾਹਿਤ ਦੇ ਸਹਾਰੇ। ਇਸ ਜਿੰਦਾ ਦਿਲ ਮਨੁੱਖ ਦੇ ਤੁਰ ਜਾਣ 'ਤੇ ਸੱਚੀ ਮਨ ਬਹੁਤ ਉਦਾਸ ਹੈ, ਪਰ ਮੈਂ ਸਮਝਦਾ ਕਿ ਜੱਟ ਦੀ ਜੂਨ ਵਰਗਾ ਨਾਵਲ ਲਿਖ ਕੇ ਉਸ ਦੀ ਜਿਹੜੀ ਯਾਦ ਹੈ ਉਹ ਹਮੇਸ਼ਾ ਸਾਹਿਤ ਖੇਤਰ 'ਚ ਉਸ ਨੂੰ ਜਿਉਂਦਾ ਰੱਖੇਗੀ। ਉਹ ਸਾਡੇ ਅੰਗ ਸੰਗ ਵਿਚਰਦਾ ਰਹੇਗਾ। ਇੱਕ ਹਫ਼ਤਾ ਪਹਿਲਾਂ ਹੀ ਮੈਨੂੰ ਕੋਰੀਅਰ ਪ੍ਰਾਪਤ ਹੋਇਆ ਤੇ ਜਦੋਂ ਮੈਂ ਖੋਲ੍ਹਿਆ ਤੇ ਉਸ ਦੇ ਵਿੱਚ ਅੰਕਲ ਰਾਜ ਕੁਮਾਰ ਗਰਗ ਹੋਰਾਂ ਦਾ ਨਾਵਲ ਚਾਨਣ ਦੀ ਉਡੀਕ ਸੀ। ਜਦੋਂ ਉਸ ਦੇ ਵਿੱਚੋਂ ਮੈਨੂੰ ਇੱਕ ਚਿੱਠ ਮਿਲੀ ਜਿਸ ਤੇ ਲਿਖਿਆ ਹੋਇਆ ਸੀ ਕਿ ਇਸ ਨਾਵਲ ਨੂੰ ਪੜ੍ਹ ਕੇ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਲਿਖਣਾ, ਤੇ ਮੈਂ ਜੇ ਸੋਚ ਹੀ ਰਹੀ ਸਾਂ ਕਿ 2-3 ਬਾਅਦ ਵਿੱਚ ਮੈਨੂੰ ਇਹ ਖਬਰ ਮਿਲੀ ਕਿ ਅੰਕਲ ਰਾਜ ਕੁਮਾਰ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ, ਤਾਂ ਬੜਾ ਦੁੱਖ ਹੋਇਆ। ਮੈਂ ਕਿੰਨਾ ਚਿਰ ਇਹ ਖਬਰ ਸੁਣ ਕੇ ਖਾਮੋਸ਼ ਰਹੀ, ਕਿਉਂਕਿ ਬਹੁਤ ਸਾਰੇ ਰਿਸ਼ਤੇ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਅਸੀਂ ਖੁਦ ਘੜਦੇ ਹਾਂ। ਅੰਕਲ ਹੋਰਾਂ ਦੇ ਨਾਲ ਮੇਰਾ ਇੱਕ ਸਾਹਿਤਕ ਰਿਸ਼ਤਾ ਸੀ। ਉਹਨਾਂ ਦੇ ਨਾਲ ਮੇਰੀ ਪਹਿਲੀ ਮੁਲਾਕਾਤ ਬਰਨਾਲੇ ਦੇ ਵਿੱਚ ਹੋਈ, ਜਦੋਂ ਕੇਂਦਰੀ ਲੇਖਕ ਸਭਾ ਸੇਖੋ ਦੀ ਉੱਥੇ ਪ੍ਰੀਤਮ ਸਿੰਘ ਰਾਹੀ ਹੋਰਾਂ ਦੇ ਦਵਾਖਾਨੇ ਦੇ ਵਿੱਚ ਇੱਕ ਮੀਟਿੰਗ ਰੱਖੀ ਹੋਈ ਸੀ। ਸਾਰੇ ਮੈਂਬਰ ਉੱਥੇ ਬੈਠੇ ਚਾਹ ਪੀ ਰਹੇ ਸਨ ਤੇ ਅਚਾਨਕ ਹੀ ਇੱਕ ਹਿੰਦੂ ਜੈਂਟਲਮੈਨ ਉਹਦੇ ਵਿੱਚ ਸ਼ਾਮਲ ਹੋਇਆ ਤੇ ਉਸਨੇ ਆਉਂਦਿਆਂ ਜਦੋਂ ਸਾਰਿਆਂ ਨਾਲ ਹੱਥ ਮਿਲਾਇਆ ਤੇ ਇੱਕ ਸਵਾਲ ਕੀਤਾ ਕਿ ਬੀਬਾ ਕੌਣ ਨੇ। ਡਾਕਟਰ ਭਗਵੰਤ ਹੋਰਾਂ ਨੇ ਕਿਹਾ ਕਿ ਬਾਅਦ ਵਿੱਚ ਪਤਾ ਲੱਗ ਜਾਏਗਾ। ਜਦੋਂ ਸਾਡੀ ਮੀਟਿੰਗ ਖਤਮ ਹੋਈ ਤਾਂ ਰਾਜ ਕੁਮਾਰ ਹੋਰੀ ਅੰਕਲ ਕਿੰਨਾ ਚਿਰ ਮੇਰੇ ਕੋਲ ਬੈਠੇ ਗੱਲਾਂ ਕਰਦੇ ਰਹੇ। ਉਹਨਾਂ ਨੇ ਮੇਰੀ ਜ਼ਿੰਦਗੀ ਦੀ ਕਹਾਣੀ, ਮੇਰੇ ਸਾਹਿਤਕ ਸਫ਼ਰ ਬਾਰੇ ਤੇ ਆਪਣੀ ਜ਼ਿੰਦਗੀ ਦੀ ਕਹਾਣੀ, ਆਪਣੇ ਸਾਹਿਤਕ ਸਫ਼ਰ ਦੇ ਬਾਰੇ ਵਿੱਚ ਬਹੁਤ ਸਾਰੀਆਂ ਡੂੰਘੀਆਂ ਗੱਲਾਂ ਕੀਤੀਆਂ। ਮੈਨੂੰ ਲੱਗਦਾ ਉਹ ਪਹਿਲੀ ਮੁਲਾਕਾਤ ਹੀ ਸਾਡੇ ਰਿਸ਼ਤੇ ਦਾ ਇੱਕ ਸ਼ੁਰੂਆਤ ਸੀ। ਰਾਜ ਕੁਮਾਰ ਅੰਕਲ ਜਿੱਥੇ ਸਾਹਿਤਕ ਗੱਲਾਂ ਕਰਦੇ, ਉੱਥੇ ਸਿਆਸਤ ਦੀਆਂ ਗੱਲਾਂ ਵੀ ਕਰਦੇ, ਉੱਥੇ ਵਿਦਿਅਕ ਸੰਸਥਾਵਾਂ ਦੀਆਂ ਗੱਲਾਂ ਵੀ ਕਰਦੇ, ਉੱਥੇ ਵਰਤਾਰੇ ਦੀਆਂ ਗੱਲਾਂ ਵੀ ਕਰਦੇ, ਕਿਉਂਕਿ ਉਹ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਸਨ। ਉਹ ਵਿਦਿਅਕ ਸੰਸਥਾਵਾਂ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ। ਉਹ ਇੱਕ ਚੰਗੇ ਜੀਵ ਵਿਗਿਆਨੀ ਵੀ ਸਨ, ਉਹ ਇੱਕ ਆੜਤੀ ਵੀ ਸਨ, ਇਸੇ ਕਰਕੇ ਉਹ ਇੱਕ ਸਾਹਿਤਕਾਰ ਵੀ ਸਨ। ਹਰ ਪੱਖ ਦੀ ਉਹਨਾਂ ਨੂੰ ਕਾਫੀ ਜ਼ਿਆਦਾ ਸਮਝ ਸੀ, ਜਿਸ ਦੇ ਵਿੱਚ ਉਹ ਗੰਭੀਰਤਾ ਦੇ ਨਾਲ ਜਿਹੜੀਆਂ ਆਪਣੀਆਂ ਗੱਲਾਂ ਸਾਡੇ ਨਾਲ ਕਰ ਲੈਂਦੇ ਸਨ। ਉਹ ਹਰ ਸਮੇਂ ਹਰ ਇੱਕ ਸਾਹਿਤਕਾਰ, ਜੇ ਕਿਸੇ ਨੂੰ ਉਹਨਾਂ ਨੂੰ ਇਹ ਲੱਗਦਾ ਕਿ ਸਾਹਿਤਕਾਰ ਇਸ ਮੀਟਿੰਗ ਵਿੱਚ ਨਹੀਂ ਆਇਆ, ਕਈ ਮੀਟਿੰਗਾਂ ਵਿੱਚ ਨਹੀਂ ਆ ਰਿਹਾ, ਤਾਂ ਸਪੈਸ਼ਲ ਜਦੋਂ ਆਉਂਦਾ ਤੇ ਉਹਨੂੰ ਬਿਠਾ ਕੇ ਪੁੱਛਦੇ, ਹਾਂ ਜੀ ਤੂੰ ਠੀਕ ਠਾਕ ਸੀ, ਪਰਿਵਾਰ ਠੀਕ ਸੀ, ਤੂੰ ਇੰਨੇ ਚਿਰ ਤੋਂ ਮਿਲਿਆ ਕਿਉਂ ਨਹੀਂ। ਇਹ ਉਹਨਾਂ ਦੇ ਸੁਭਾਅ ਦੀ ਬਹੁਤ ਵੱਡੀ ਖੂਬੀ ਸੀ। ਤੇ ਜਦੋਂ ਵੀ ਮੈਂ ਪੇਪਰ ਪੜ੍ਹਦੀ, ਚਾਹੇ ਉਹ ਬਰਨਾਲਾ ਹੋਵੇ, ਚਾਹੇ ਉਹ ਧੂਰੀ ਹੋਵੇ, ਚਾਹੇ ਉਹ ਸੰਗਰੂਰ ਹੋਵੇ, ਅੰਕਲ ਜੀ ਹੱਲਾਸ਼ੇਰੀ ਜ਼ਰੂਰ ਦਿੰਦੇ। ਤੇ ਕਈ ਵਾਰੀ ਉਹ ਕਿਸੇ ਨਾ ਕਿਸੇ ਮਸਲੇ ਤੇ ਬਹਿਸ ਵੀ ਜ਼ਰੂਰ ਕਰਦੇ, ਕਿਉਂਕਿ ਭਾਵੇਂ ਉਹਨਾਂ ਦੇ ਨਾਲ ਮੇਰੀ ਵਿਚਾਰਧਾਰਿਕ ਸਾਂਝ ਨਹੀਂ ਸੀ ਇੰਨੀ ਜ਼ਿਆਦਾ, ਪਰ ਫਿਰ ਵੀ ਇੱਕ ਚੰਗੇ ਇਨਸਾਨ, ਇੱਕ ਚੰਗੇ ਸਾਹਿਤਕਾਰ ਹੋਣ ਦੇ ਨਾਤੇ ਉਹਨਾਂ ਦੇ ਨਾਲ ਮੇਰਾ ਗਹਿਰਾ ਸੰਬੰਧ ਵੀ ਸੀ। ਇੱਕ ਵਾਰ ਕੀ ਹੋਇਆ ਕਿ ਡਾਕਟਰ ਸਾਹਿਬ ਸਿੰਘ ਹੋਰਾਂ ਦੀ ਪੁਸਤਕ ਦੇ ਬਾਰੇ ਵਿੱਚ ਜਿਹੜਾ ਉਹਨਾਂ ਨੇ ਨਾਟਕ ਲਿਖਿਆ ਯੁੱਧ ਤੇ ਬੁੱਧ, ਉਹਦੇ ਬਾਰੇ ਵਿੱਚ ਗੋਸ਼ਟੀ ਸੀ। ਉਸ ਦੇ ਬਾਰੇ ਵਿੱਚ ਮੈਂ ਪੇਪਰ ਪੜ੍ਹਨਾ ਸੀ। ਪੇਪਰ ਤੋਂ ਬਾਅਦ ਜਦੋਂ ਵਿਚਾਰ ਚਰਚਾ ਛਿੜੀ ਤੇ ਸਭ ਤੋਂ ਪਹਿਲਾਂ ਅੰਕਲ ਜੀ ਖੜੇ ਹੋਏ। ਜਦੋਂ ਅੰਕਲ ਜੀ ਨੇ ਉਸ ਵਿਚਾਰ ਮੇਰੇ ਪੇਪਰ ਤੇ ਕਿੰਤੂ ਪਰੰਤੂ ਕਰਦਿਆਂ ਡਾਕਟਰ ਸਾਹਿਬ ਸਿੰਘ ਦੇ ਨਾਟਕ ਤੇ ਬਾਰੇ ਵਿੱਚ ਇੱਕ ਨੁਕਤਾ ਖੜਾ ਕੀਤਾ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ ਸਾਡੇ ਫੌਜੀ ਨੇ, ਜਿਹੜੇ ਸਾਡੇ ਸੈਨਿਕ ਨੇ ਕਸ਼ਮੀਰ ਦੇ ਖੇਤਰ ਦੇ ਵਿੱਚ ਵੀ ਉਹ ਕੁੜੀਆਂ ਨਾਲ, ਧੀਆਂ ਦੇ ਨਾਲ ਬਲਾਤਕਾਰ ਕਰਦੇ ਨੇ, ਇਹ ਸਮਝ ਤੋਂ ਬਾਹਰ ਹੈ।
ਤੇ ਡਾਕਟਰ ਸਾਹਿਬ ਸਿੰਘ ਉਹ ਜਦੋਂ ਉਹਨਾਂ ਨੇ ਗੱਲ ਸੁਣੀ ਤਾਂ ਉਹ ਵੀ ਖੜੇ ਹੋ ਗਏ ਤੇ ਉਹਨਾਂ ਨੇ ਇਸ ਦਾ ਜਵਾਬ ਦਿੱਤਾ ਕਿ ਅਸਲ ਦੇ ਵਿੱਚ ਅਸੀਂ ਸਿਰਫ ਉਹਨਾਂ ਦਾ ਇੱਕੋ ਹੀ ਪੱਖ ਦੇਖਦੇ ਹਾਂ, ਇਹਨਾਂ ਦਾ ਦੂਸਰਾ ਪੱਖ ਨੂੰ ਅਸੀਂ ਕਿਉਂ ਅਣਗੌਲਿਆ ਕਰਦੇ ਹਾਂ। ਤੇ ਰਾਜਕੁਮਾਰ ਅੰਕਲ ਕਹਿਣ ਲੱਗੇ ਨਹੀਂ ਇਦਾਂ ਹੋ ਹੀ ਨਹੀਂ ਸਕਦਾ ਕਿ ਜਿਹੜੇ ਫੌਜੀ ਨੇ ਉਹ ਇਸ ਤਰ੍ਹਾਂ ਕੁੜੀਆਂ ਦਾ ਬਲਾਤਕਾਰ ਕਰਦੇ ਹੋਣ। ਇਸ ਵਿਸ਼ੇ ਨੂੰ ਲੈ ਕੇ ਕਾਫੀ ਚਰਚਾ ਵੀ ਹੋਈ ਤੇ ਜਿਸ ਕਰਕੇ ਰਾਜਕੁਮਾਰ ਹੋਰੀ ਡਾਕਟਰ ਸਾਹਿਬ ਸਿੰਘ ਤੇ ਗੁੱਸੇ ਵੀ ਹੋ ਗਏ ਕਿ ਉਹਨਾਂ ਨੇ ਮੇਰੀ ਇਸ ਨੁਕਤੇ ਦੇ ਉੱਪਰ ਕਿੰਤੂ ਪਰੰਤੂ ਕੀਤਾ, ਕਿਉਂਕਿ ਡਾਕਟਰ ਸਾਹਿਬ ਸਿੰਘ ਲੜਕੀਆਂ ਦੇ ਕੁੜੀਆਂ ਦੇ ਹੱਕ ਦੇ ਵਿੱਚ ਆਪਣੀ ਗੱਲ ਕਰ ਰਹੇ ਸਨ। ਪਤਾ ਨਹੀਂ ਕਿਉਂ ਉਸ ਟਾਈਮ ਅੰਕਲ ਜੀ ਦੀ ਜਿਹੜੀ ਸੋਚ ਸੀ ਜਾਂ ਉਹਨਾਂ ਨੇ ਕਿਹੜੇ ਢੰਗ ਦੇ ਨਾਲ ਸੋਚ ਲਿਆ, ਜਿਹੜਾ ਕਿ ਜਿਸ ਤਰ੍ਹਾਂ ਉਹਨਾਂ ਨੇ ਆ ਕੇ ਸਟੇਜ ਤੇ ਕਿਹਾ ਉਹ ਕਹਿਣਾ ਠੀਕ ਨਹੀਂ ਸੀ। ਪਰ ਅੰਕਲ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਅਹਿਸਾਸ ਹੋਇਆ ਤੇ ਉਹਨਾਂ ਨੇ ਬਾਅਦ ਵਿੱਚ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਸਿੰਘ ਨੂੰ ਕਹਿ ਵੀ ਮੇਰੇ ਕਹਿਣ ਦਾ ਭਾਵ ਇਹ ਨਹੀਂ ਸੀ, ਸਾਰੀਆਂ ਧੀਆਂ ਭੈਣਾਂ ਮੇਰੀਆਂ ਆਪਣੀਆਂ ਹੀ ਨੇ, ਮੈਂ ਕਦੀ ਕਿਸੇ ਬਾਰੇ ਗਲਤ ਨਹੀਂ ਲਿਖਦਾ। ਤੇ ਬਾਅਦ ਵਿੱਚ ਉਹਨਾਂ ਨੇ ਇੱਕ ਵੱਡਾ ਸਾਰਾ ਆਰਟੀਕਲ ਲਿਖਿਆ ਤੇ ਮੈਨੂੰ ਭੇਜਿਆ ਕਿ ਡਾਕਟਰ ਸਾਹਿਬ ਸਿੰਘ ਉਹਨਾਂ ਨੂੰ ਭੇਜ ਦਿਓ, ਮੈਨੂੰ ਮਾਫ ਕਰ ਦੇਣ, ਮੈਂ ਕਿਸੇ ਧੀ ਬਾਰੇ ਗਲਤ ਨਹੀਂ ਸੋਚਦਾ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅੰਕਲ ਹੋਰਾਂ ਦੇ ਵੀ ਸੁਭਾਅ ਦਾ ਇਹ ਵੀ ਬਹੁਤ ਵੱਡਾ ਗੁਣ ਸੀ। ਉਹਨਾਂ ਨੂੰ ਜੇ ਉਹਨਾਂ ਨੂੰ ਇਹ ਲੱਗਦਾ ਕਿ ਮੈਂ ਕੋਈ ਗਲਤੀ ਕਰ ਬੈਠਾ ਤੇ ਬਾਅਦ ਵਿੱਚ ਉਸ ਦਾ ਅਹਿਸਾਸ ਵੀ ਕਰ ਲੈਂਦੇ ਸਨ। ਇਸੇ ਤਰ੍ਹਾਂ ਬਹੁਤ ਸਾਰੇ ਪੱਖ ਨੇ। ਜਦੋਂ ਜੇ ਅਸੀਂ ਉਹਨਾਂ ਦੀ ਜ਼ਿੰਦਗੀ ਬਾਰੇ ਦੇਖੀਏ, ਉਹਨਾਂ ਦੇ ਜਾਣ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਘਾਟਾ ਪਿਆ। ਸਾਨੂੰ ਇੱਕ ਹੌਸਲਾ ਦਿੰਦੇ ਸੀ, ਸਾਨੂੰ ਅੱਗੇ ਆਉਣ ਦੇ ਵਾਸਤੇ ਹਮੇਸ਼ਾ ਕਿਹਾ ਕਰਦੇ, ਉਹ ਹਮੇਸ਼ਾ ਸਾਨੂੰ ਇਹ ਗੱਲ ਕਿਹਾ ਕਰਦੇ ਕਿ ਜਦੋਂ ਤੁਸੀਂ ਕੁਝ ਲਿਖਦੇ ਹੋ, ਤੁਸੀਂ ਬੋਲਦੇ ਹੋ ਤਾਂ ਤੁਹਾਡੀ ਜਿਹੜੀ ਅੰਦਰੋਂ ਰੂਹ ਹੈ, ਜਿਹੜੀ ਤੁਹਾਡੀ ਅੰਦਰੋਂ ਖੁਸ਼ੀ ਹੁੰਦੀ ਹੈ, ਉਹ ਕਿਸੇ ਪੈਸੇ ਦੇ ਨਾਲ ਨਹੀਂ ਖਰੀਦੀ ਜਾ ਸਕਦੀ। ਇਸੇ ਤਰ੍ਹਾਂ ਬਹੁਤ ਸਾਰੀਆਂ ਯਾਦਾਂ ਨੇ ਜਿਨ੍ਹਾਂ ਦੀ ਗੱਲ ਹੋ ਸਕਦੀ ਹੈ। ਮੈਨੂੰ ਬਹੁਤ ਜ਼ਿਆਦਾ ਨਿੱਜੀ ਤੌਰ ਤੇ ਦੁੱਖ ਹੋ ਰਿਹਾ ਕਿ ਅੰਕਲ ਸਾਨੂੰ ਛੱਡ ਕੇ ਚਲੇ ਗਏ ਨੇ, ਪਰ ਉਹਨਾਂ ਦੀਆਂ ਰਚਨਾਵਾਂ ਦੇ ਨਾਲ, ਉਹਨਾਂ ਦੇ ਨਾਵਲਾਂ ਦੇ ਨਾਲ ਜਿਹੜੀ ਸਾਂਝ ਹੈਗੀ ਆ ਉਹ ਹਮੇਸ਼ਾ ਰਹੇਗੀ। ਉਹ ਸਾਡੇ ਮਨਾਂ ਦੇ ਵਿੱਚ ਹਮੇਸ਼ਾ ਵਸਦੇ ਰਹਿਣਗੇ। ਅੱਜ ਉਹਨਾਂ ਨੂੰ ਮੈਂ ਇਹੀ ਨਿੱਘੀ ਸ਼ਰਧਾਂਜਲੀ ਭੇਟ ਕਰਦੀ ਹਾਂ। ਅੰਕਲ ਜੀ ਨੂੰ ਮੇਰਾ ਸਲਾਮ, ਸ਼ੁਕਰੀਆ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, 21 ਜੁਲਾਈ 2020 ਨੂੰ ਸਾਡੇ ਬਹੁਤ ਹੀ ਪਿਆਰੇ ਮਿੱਤਰ ਡਾਕਟਰ ਰਾਜਕੁਮਾਰ ਗਰਗ ਇਸ ਦੁਨੀਆ ਵਿੱਚ ਨਹੀਂ ਰਹੇ, ਉਹ ਸਾਨੂੰ ਅਲਵਿਦਾ ਆਖ ਗਏ ਨੇ। ਡਾਕਟਰ ਰਾਜਕੁਮਾਰ ਗਰਗ ਇੱਕ ਨਾਵਲਕਾਰ ਸਨ, ਉਹਨਾਂ ਨੇ ਕਹਾਣੀ ਦੀ ਵੀ ਸਿਰਜਣਾ ਕੀਤੀ। ਡਾਕਟਰ ਰਾਜਕੁਮਾਰ ਗਰਗ ਦੀ ਜਿਹੜੀ ਯੋਗਤਾ ਸੀ, ਵਿੱਦਿਆ ਸੀ, ਉਹ BSc ਐਗਰੀਕਲਚਰ ਸੀ। ਔਰ ਕਦੇ ਕਦੇ ਮੈਨੂੰ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਆਮ ਕਰਕੇ ਜਦੋਂ ਦੇਖਿਆ ਜਾਂਦਾ ਤਾਂ ਵਿਦਿਆਰਥੀ ਜਦੋਂ ਵਿਸ਼ਾ ਚੁਣਦੇ ਨੇ ਤਾਂ ਜਿਹੜੇ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਵਿਦਿਆਰਥੀ ਹੁੰਦੇ ਨੇ, ਆਮ ਕਰਕੇ ਉਹ ਜਿਹੜੇ ਨੇ BSc ਐਗਰੀਕਲਚਰ 'ਚ ਜਾਂਦੇ ਨੇ। ਹੈਰਾਨੀ ਇਸ ਗੱਲ ਦੀ ਹੈ ਕਿ ਮਹਾਜਨੀ ਪਰਿਵਾਰ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਇਹਨਾਂ ਨੇ ਵਿਸ਼ਾ ਚੁਣਿਆ। ਉਹਦਾ ਸ਼ਾਇਦ ਕਾਰਨ ਇਹ ਵੀ ਹੋਵੇ ਕਿ ਇਹਨਾਂ ਦਾ ਜਿਹੜਾ ਪਿਛੋਕੜ ਸੀ ਉਹ ਪੇਂਡੂ ਸੀ, ਪਿੰਡ ਹੇੜੀ ਕੇ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਸਨ। ਭਾਵੇਂ ਅੱਜ ਕੱਲ੍ਹ ਉਹ ਬਰਨਾਲਾ ਸ਼ਹਿਰ ਵਿਖੇ ਰਹਿੰਦੇ ਸਨ, ਕਈ ਸਾਲ ਹੋ ਗਏ ਸਨ ਇੱਥੇ ਰਹਿੰਦਿਆਂ ਨੂੰ ਉਹਨਾਂ ਨੂੰ। ਅਤੇ ਉਹ ਪਿਛੋਕੜ ਕਾਰਨ ਹੀ ਮੇਰਾ ਖਿਆਲ ਹੈ ਵੀ ਇਹਨਾਂ ਦਾ ਜਿਹੜਾ ਸੀ ਜਿਹੜਾ ਸੰਬੰਧ ਕਿਸਾਨੀ ਪਰਿਵਾਰ ਨਾਲ, ਜਾਂ ਮੈਂ ਇਹ ਕਹਾਂ ਕਿ ਕਿਸਾਨੀ ਪਰਿਵਾਰਾਂ ਤੋਂ, ਕਿਸਾਨ ਦੀ ਜੀਵਨ ਤੋਂ, ਕਿਸਾਨ ਦੀ ਜ਼ਿੰਦਗੀ ਤੋਂ, ਉਹਦੇ ਦੁੱਖਾਂ ਸੁੱਖਾਂ ਤੋਂ ਬਹੁਤ ਪ੍ਰਭਾਵਿਤ ਸਨ। ਇਸ ਕਰਕੇ ਜਦੋਂ ਉਹ ਸਾਹਿਤ ਦੇ ਵਿੱਚ ਵੀ ਆਉਂਦੇ ਨੇ, ਸਾਹਿਤ ਦੀ ਸਿਰਜਣਾ ਕਰਦੇ ਨੇ, ਤਾਂ ਉਹ ਕਿਸਾਨੀ ਪਰਿਵਾਰ ਨੂੰ ਲੈ ਕੇ ਹੀ ਸਿਰਜਣਾ ਕਰਦੇ ਨੇ। ਜਿਸ ਤਰ੍ਹਾਂ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਸਾਰੀਆਂ ਲਿਖਤਾਂ ਨੇ ਜਿਹੜੀਆਂ ਉਹ ਲੇਖਕਾਂ ਦੇ ਨਾਲ ਜੁੜ ਜਾਂਦੀਆਂ ਨੇ। ਉਸ ਲਿਖਤ ਦੇ ਬਹਾਨੇ ਅਸੀਂ ਲੇਖਕ ਨੂੰ ਯਾਦ ਕਰਦੇ ਹਾਂ, ਲੇਖਕ ਦੇ ਬਹਾਨੇ ਸਾਡੇ ਕੋਲ ਅੱਗੇ ਉਹਨਾਂ ਦੀ ਲਿਖਤ ਆ ਜਾਂਦੀ ਹੈ। ਇਸ ਤਰ੍ਹਾਂ ਇਹਨਾਂ ਦਾ ਜਿਹੜਾ ਪਹਿਲਾ ਨਾਵਲ ਸੀਗਾ ਜੱਟ ਦੀ ਜੂਨ, ਉਹਨਾਂ ਨੇ ਸਾਡੇ ਪਾਠਕਾਂ ਤੇ ਆਲੋਚਕਾਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਖਿੱਚਿਆ। ਪਾਠਕ ਅਤੇ ਆਲੋਚਕ ਹੈਰਾਨ ਹੋਣ ਲੱਗੇ ਵੀ ਇੱਕ ਮਹਾਜਨੀ ਪਰਿਵਾਰ ਦਾ ਬੰਦਾ, ਲੇਖਕ ਜਿਹੜਾ ਹੈ, ਉਹ ਕਿਸਾਨਾਂ ਬਾਰੇ ਲਿਖਣ ਲੱਗ ਗਿਆ ਵੀ ਕਿਸਾਨੀ ਬਾਰੇ ਕੀ ਲਿਖੂਗਾ। ਤਾਂ ਡਾਕਟਰ ਰਾਜਕੁਮਾਰ ਗਰਗ ਇਸ ਸਵਾਲ ਦਾ ਜਵਾਬ ਦਿੰਦੇ ਕਹਿੰਦੇ ਹੁੰਦੇ ਸਨ ਕਿ ਕਿਸਾਨੀ ਜੀਵਨ ਦੀ ਜੋ ਸਾਨੂੰ ਪਤਾ ਹੁੰਦਾ ਹੈ
ਉਹ ਆਮ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਲੋਕਾਂ ਨੂੰ ਜਾਂ ਲੇਖਕਾਂ ਨੂੰ ਵੀ ਕਈ ਵਾਰੀ ਨਹੀਂ ਪਤਾ ਹੁੰਦਾ। ਉਹਦਾ ਕਾਰਨ ਇਹ ਸੀ ਕਿ ਉਹ ਆੜਤ ਦੇ ਵਣਜ ਨਾਲ ਜੁੜੇ ਹੋਏ ਸਨ। ਆੜਤੀਆ ਤੇ ਕਿਸਾਨ ਦਾ ਜਿਹੜਾ ਰਿਸ਼ਤਾ ਹੈ ਉਹ ਬੜਾ ਨੇੜਲਾ ਰਿਸ਼ਤਾ ਹੈ। ਉਹਦੀ ਇੱਕ ਆਪਣੀ ਜਿਹੜੀ ਥਿਊਰੀ ਹੈਗੀ, ਕਿਉਂਕਿ ਜਿਹੜਾ ਇੱਕ ਆੜਤੀਆ ਹੈ ਉਹਨੂੰ ਆਮ ਤੌਰ ਤੇ ਸਾਡੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਇਹ ਕਿਸਾਨ ਦੀ ਮਾਂ ਹੁੰਦਾ ਹੈ। ਜਿਸ ਤਰ੍ਹਾਂ ਮਾਂ ਇੱਕ ਆਪਣੇ ਬੱਚੇ ਦੇ ਪਰਦੇ ਕੱਜ ਕੇ ਰੱਖਦੀ ਹੈ, ਢੱਕ ਕੇ ਰੱਖਦੀ ਹੈ, ਉਸ ਤਰ੍ਹਾਂ ਜਿਹੜਾ ਆੜਤੀਆ ਹੈ ਉਹ ਵੀ ਇੱਕ ਕਿਸਾਨ ਦੇ ਜਿਹੜੇ ਪਰਦੇ ਨੇ ਉਹ ਕੱਜ ਕੇ ਢੱਕ ਕੇ ਰੱਖਦਾ ਹੈ। ਔਰ ਇੱਕ ਆੜਤੀਏ ਨੂੰ ਕਿਸਾਨ ਦੀ ਆਰਥਿਕਤਾ ਨਾਲ ਜੁੜੇ ਹੋਏ ਸਾਰੇ ਪਹਿਲੂਆਂ ਬਾਰੇ ਪਤਾ ਹੁੰਦਾ ਹੈ। ਉਹਦੇ ਪਰਿਵਾਰ ਦੇ ਵਿੱਚ ਖੁਸ਼ੀ ਹੋਵੇ, ਗਮੀ ਹੋਵੇ, ਉਹਦਾ ਕੀ ਖਰਚ ਹੋਇਆ, ਉਹਨੇ ਕੀ ਦੇਣਾ, ਕੀ ਲੈਣਾ, ਕਿਹਦਾ ਦੇਣਾ, ਕਿਹਦਾ ਲੈਣਾ, ਉਹ ਸਾਰਾ ਕੁਝ ਉਹਨੂੰ ਪਤਾ ਹੁੰਦਾ। ਸੋ ਇਸ ਨੂੰ ਆਧਾਰ ਬਣਾ ਕੇ ਡਾਕਟਰ ਰਾਜਕੁਮਾਰ ਗਰਗ ਨੇ ਜਿਹੜਾ ਹੈ ਜੱਟ ਦੀ ਜੂਨ ਜਿਹੜਾ ਨਾਵਲ ਹੈ ਉਹ ਰਚਿਆ। ਔਰ ਉਹ ਪੜ੍ਹਿਆ ਬਹੁਤ ਗਿਆ, ਮਤਲਬ ਉਹ ਨਾਵਲ ਜਿਹੜਾ ਹੈ ਸੀ ਉਹਦੀਆਂ ਕਈ ਐਡੀਸ਼ਨਾਂ ਛਪੀਆਂ, ਅੱਜ ਵੀ ਉਹ ਪੜ੍ਹਿਆ ਜਾ ਰਿਹਾ ਹੈ। ਇਸ ਤੋਂ ਬਿਨਾਂ ਰਾਜਕੁਮਾਰ ਗਰਗ ਨੇ ਹੋਰ ਵੀ ਬਹੁਤ ਸਾਰੇ ਨਾਵਲ ਤੇ ਕਹਾਣੀ ਸੰਗ੍ਰਹਿ ਰਚੇ। ਉਹਨਾਂ ਦੇ 9 ਨਾਵਲ, ਹੈਰਾਨੀ ਹੁੰਦੀ ਹੈ ਕਿ 9 ਨਾਵਲ ਦੀ ਉਹਨਾਂ ਨੇ ਸਿਰਜਣਾ ਕੀਤੀ। ਆ 2 ਕੁ ਮਹੀਨੇ ਹੋਏ ਉਹਨਾਂ ਦੇ ਤੁਰ ਜਾਣ ਤੋਂ 2 ਕੁ ਮਹੀਨੇ ਪਹਿਲਾਂ ਉਹਨਾਂ ਦਾ ਨਵਾਂ ਨਾਵਲ ਚਾਨਣ ਦੀ ਉਡੀਕ ਪ੍ਰਕਾਸ਼ਿਤ ਹੋਇਆ। ਉਹ ਜਿਹੜਾ ਅੱਜ ਕੱਲ੍ਹ ਪੜ੍ਹਿਆ ਜਾ ਰਿਹਾ ਸੀ, ਕਿਉਂਕਿ ਉਹਨਾਂ ਦੇ ਤੁਰ ਜਾਣ ਬਾਰੇ ਤਾਂ ਕਿਸੇ ਨੂੰ ਖਬਰਸਾਰ ਹੀ ਨਹੀਂ ਸੀ। ਸੋ ਉਹਨਾਂ ਨੇ 9 ਨਾਵਲ ਤੇ 4 ਕਹਾਣੀ ਸੰਗ੍ਰਹਿ ਜਿਹੜੇ ਸੀਗੇ ਕਿਸਾਨੀ ਜੀਵਨ ਦੀਆਂ ਥੋੜਾਂ ਬਾਰੇ ਜਿਹੜੇ ਹੈ ਉਹਨਾਂ ਨੇ ਸਿਰਜਣਾ ਕੀਤੀ ਉਹਨਾਂ ਦੀ। ਔਰ ਸਾਨੂੰ ਦੁੱਖ ਹੁੰਦਾ ਹੈ ਕਿ ਉਹ ਐਡੀ ਜਲਦੀ ਚਲੇ ਗਏ। ਔਰ ਆਉਣ ਵਾਲਾ ਜਿਹੜਾ ਹੈ ਸਾਹਿਤ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਹੈ ਉਹ ਲਿਆ ਜਾਂਦਾ ਰਹੇਗਾ। ਔਰ ਜਿਹੜੇ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਵਿਦਿਆਰਥੀ ਨੇ ਜਾਂ ਪਾਠਕ ਨੇ ਜਾਂ ਆਲੋਚਕ ਨੇ, ਉਹਨਾਂ ਲਈ ਉਹਨਾਂ ਦੀਆਂ ਪੁਸਤਕਾਂ ਜਿਹੜੀਆਂ ਨੇ ਸਹਾਈ ਹੁੰਦੀਆਂ ਰਹਿਣਗੀਆਂ। ਕਿਸਾਨੀ ਪਰਿਵਾਰ ਬਾਰੇ ਜਦੋਂ ਵੀ ਕੋਈ ਗੱਲ ਕਰਨੀ ਹੋਏਗੀ, ਆੜਤੀਏ ਜਾਂ ਕਿਸਾਨ ਦੇ ਰਿਸ਼ਤਿਆਂ ਦੀ ਗੱਲ ਕਰਨੀ ਹੋਏਗੀ, ਤਾਂ ਡਾਕਟਰ ਰਾਜਕੁਮਾਰ ਗਰਗ ਦੀ ਰਚਨਾ ਨੂੰ ਚੇਤੇ ਜ਼ਰੂਰ ਕਰਿਆ ਜਾਂਦਾ ਰਹੇਗਾ। ਸੋ ਮੈਂ ਅੱਜ ਇਸ ਮਾਧਿਅਮ ਰਾਹੀਂ ਡਾਕਟਰ ਰਾਜਕੁਮਾਰ ਗਰਗ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ। ਧੰਨਵਾਦ, ਸ਼ੁਕਰੀਆ ਜੀ। ਪੰਜਾਬੀ ਸਾਹਿਤ ਨੂੰ 2 ਦਰਜਨ ਤੋਂ ਵੱਧ ਪੁਸਤਕਾਂ ਦੇਣ ਵਾਲਾ ਸਾਡਾ ਪ੍ਰਸਿੱਧ ਨਾਵਲਕਾਰ ਰਾਜਕੁਮਾਰ ਗਰਗ ਪਿਛਲੇ ਦਿਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਆਪਣੀ ਜ਼ਿੰਦਗੀ ਦੀਆਂ 70 ਬਹਾਰਾਂ ਦੇਖਣ ਤੋਂ ਬਾਅਦ ਅਤੇ ਆਪਣੇ ਅਖੀਰਲੇ ਨਾਵਲ ਚਾਨਣ ਦੀ ਉਡੀਕ ਦੀ ਰਚਨਾ ਕਰਨ ਤੋਂ ਬਾਅਦ ਰਾਜਕੁਮਾਰ ਗਰਗ ਪੰਜਾਬੀ ਸਾਹਿਤ ਖੇਤਰ ਵਿੱਚ ਇੱਕ ਨਿਵੇਕਲਾ ਹਸਤਾਖਰ ਹੋ ਨਿਬੜਿਆ ਹੈ। ਜ਼ਿਲ੍ਹਾ ਸੰਗਰੂਰ ਦੇ ਹੀੜੀਕੇ ਪਿੰਡ ਵਿੱਚ ਮਹਾਜਨ ਪਰਿਵਾਰ ਵਿੱਚ ਜਨਮ ਲੈਣ ਵਾਲਾ ਰਾਜਕੁਮਾਰ ਨੇ ਵਾਕਈ ਆਪਣੀ ਜ਼ਿੰਦਗੀ ਦੇ ਮੁੱਢਲੇ ਦੌਰ ਰਾਜਕੁਮਾਰਾਂ ਵਾਂਗੂ ਹੀ ਬਿਤਾਏ। ਉਸ ਦਾ ਪਾਲਣ ਪੋਸ਼ਣ ਵੀ ਰਾਜਕੁਮਾਰਾਂ ਵਾਂਗ ਹੀ ਹੋਇਆ। ਪਰੰਤੂ ਦੁੱਖ ਦੀ ਗੱਲ ਇਹ ਹੈ ਕਿ ਰਾਜਕੁਮਾਰੀ ਦਾ ਇਹ ਦੌਰ ਰਾਜਕੁਮਾਰ ਗਰਗ ਦੇ ਨਾਲ ਅੰਤਲੇ ਸਮੇਂ ਆਪਣਾ ਨਿਭਾ ਨਹੀਂ ਕਰ ਸਕਿਆ। ਪੰਜਾਬੀ ਵਿੱਚ ਉਸ ਦੀ ਪਛਾਣ ਜੱਟ ਦੀ ਜੂਨ ਨਾਵਲ ਦੀ ਸਿਰਜਣਾ ਕਰਕੇ ਹੀ ਹੋਈ। ਬੇਸ਼ੱਕ ਉਸ ਦੇ ਬਹੁਤ ਸਾਰੇ ਨਾਵਲ ਅੰਗਰੇਜ਼ੀ ਤੇ ਹਿੰਦੀ ਵਿੱਚ ਵੀ ਅਨੁਵਾਦ ਹੋਏ, ਲੇਕਿਨ ਉਹ ਪੰਜਾਬੀ ਸਾਹਿਤ ਵਿਸ਼ੇਸ਼ ਤੌਰ ਤੇ ਨਾਵਲ ਦੇ ਖੇਤਰ ਵਿੱਚ ਜੱਟ ਦੀ ਜੂਨ ਵਾਲਾ ਰਾਜਕੁਮਾਰ ਗਰਗ ਕਰਕੇ ਹੀ ਜਾਣਿਆ ਅਤੇ ਪਛਾਣਿਆ ਜਾਂਦਾ ਰਿਹਾ। ਰਾਜਕੁਮਾਰ ਗਰਗ ਇੱਕ ਐਸਾ ਨਾਵਲਕਾਰ ਹੈ ਜਿਨੇ ਪਹਿਲੀ ਵਾਰੀ ਪੰਜਾਬੀ ਨਾਵਲਕਾਰੀ ਦੇ ਖੇਤਰ ਵਿੱਚ ਜੱਟ ਦੀ ਜੂਨ ਨਾਵਲ ਲਿਖ ਕੇ ਇੱਕ ਅਜਿਹੇ ਸਿਸਟਮ ਨੂੰ ਨੰਗਿਆ ਕੀਤਾ ਹੈ ਜਿਹੜਾ ਸਿਸਟਮ ਹਮੇਸ਼ਾ ਹੀ ਕਿਸਾਨੀ ਦੇ ਹੱਕ ਵਿੱਚ ਨਹੀਂ ਰਿਹਾ। ਕਮਾਲ ਦੀ ਗੱਲ ਹੈ ਕਿ ਕਾਰੋਬਾਰੀ ਪੱਖੋਂ ਇੱਕ ਆੜਤੀਆ ਹੁੰਦੇ ਹੋਏ ਸਾਡੀ ਕਿਸਾਨੀ ਦੀਆਂ ਸਮੱਸਿਆਵਾਂ
ਕਿਸਾਨ ਦੀਆਂ ਪ੍ਰੋਬਲਮ ਜਿਹੜੀਆਂ ਹਨ, ਆੜਤੀ ਅਤੇ ਕਿਸਾਨਾਂ ਦੇ ਸਬੰਧ ਕਿਹੋ ਜਿਹੇ ਹਨ, ਇਹਨਾਂ ਨੂੰ ਚਿੱਤਰਨ ਵਾਲਾ ਨਾਵਲਕਾਰ ਸ਼ਾਇਦ ਰਾਜਕੁਮਾਰ ਗਰਗ ਹੀ ਹੈ। ਜੱਟ ਦੀ ਜੂਨ ਤੋਂ ਬਿਨਾਂ ਰਾਜਕੁਮਾਰ ਗਰਗ ਨੇ ਟਿੱਬਿਆਂ ਵਿੱਚ ਵਗਦਾ ਦਰਿਆ, ਚੱਕਰਵਿਊਹ, ਚਾਨਣ ਦੀ ਉਡੀਕ ਅਤੇ ਆਪਣੀ ਸਵੈ ਜੀਵਨੀ ਵੀ ਲਿਖੀ। ਰਾਜਕੁਮਾਰ ਦੀ ਵਿਸ਼ੇਸ਼ਤਾ ਇਹੀ ਹੈ ਕਿ ਉਹ ਆਪਣੀਆਂ ਰਚਨਾਵਾਂ ਵਿੱਚ ਸਿੱਧੀ ਸਪਾਟ ਗੱਲ ਕਰਦਾ ਹੈ। ਵਿਸ਼ੇਸ਼ ਤੌਰ 'ਤੇ ਉਸ ਦੀ ਸੰਵਾਦ ਜੁਗਤ, ਨਾਵਲਾਂ ਵਿਚਲੀ ਸੰਵਾਦ ਜੁਗਤ ਜਿਹੜੀ ਹੈ, ਉਹ ਪਾਠਕ ਦੇ ਧੁਰ ਅੰਦਰ ਤੱਕ ਲੈ ਜਾਂਦੀ ਹੈ। BSc ਐਗਰੀਕਲਚਰ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਉਸ ਵੇਲੇ ਸਾਵਿਆਂ ਤੋਰਨ ਲਈ ਰਾਜਕੁਮਾਰ ਗਰਗ ਨੇ ਬਹੁਤ ਹੀ ਮਸ਼ੱਕਤ ਕੀਤੀ, ਜਿਸ ਵੇਲੇ ਉਸ ਦਾ ਲੱਖਾਂ ਦਾ ਕਾਰੋਬਾਰ, ਵਿਸ਼ੇਸ਼ ਤੌਰ 'ਤੇ ਚਾਹੇ ਉਹ ਸ਼ੈਲਰ ਦਾ ਕਾਰੋਬਾਰ ਹੋਵੇ, ਚਾਹੇ ਉਹ ਆੜਤ ਦੀ ਕੰਮ ਦਾ ਕਾਰੋਬਾਰ ਹੋਵੇ, ਉਹਦੇ ਵਿੱਚ ਉਹ ਪੂਰੀ ਤਰ੍ਹਾਂ ਟੁੱਟ ਗਿਆ ਸੀ। ਆਪਣੇ ਆਪ ਨੂੰ ਜਿਉਂਦਿਆਂ ਰੱਖਣ ਲਈ ਔਰ ਜ਼ਿੰਦਗੀ ਨੂੰ ਇੱਕ ਨਵੀਂ ਸੇਧ ਦੇਣ ਲਈ ਰਾਜਕੁਮਾਰ ਨੇ ਬਹੁਤ ਸਾਰੇ ਜਿਹੜੇ ਹੈ ਕੰਮਕਾਰ ਕੀਤੇ। ਖੇਤੀਬਾੜੀ ਇੰਸਪੈਕਟਰ ਵਜੋਂ ਉਸਨੇ ਸਰਕਾਰੀ ਸੇਵਾ ਵੀ ਕੀਤੀ, ਪ੍ਰਾਈਵੇਟ ਕਾਲਜਾਂ 'ਚ ਵੀ ਪੜ੍ਹਾਇਆ, ਖੇਤੀ ਵਿਗਿਆਨ ਨਾਲ ਸੰਬੰਧਿਤ ਅਨੇਕਾਂ ਪੁਸਤਕਾਂ ਦੀ ਰਚਨਾ ਕੀਤੀ। ਪਰੰਤੂ ਜ਼ਿੰਦਗੀ ਦੀ ਲੀਹ ਤੋਂ ਇੱਕ ਵਾਰੀ ਅਜਿਹਾ ਲੱਥਿਆ ਕਿ ਉਸ ਨੂੰ ਸ਼ਹਿਰ ਬਦਰ ਵੀ ਹੋਣਾ ਪਿਆ। ਬਰਨਾਲੇ ਦੀ ਸਾਹਿਤਕ ਲਹਿਰ ਦੇ ਵਿੱਚ ਰਾਜਕੁਮਾਰ ਗਰਗ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦਾ ਜੀਵਨ ਮੈਂਬਰ ਵੀ ਸੀ। ਇਹਦਾ ਕੰਮਕਾਰ, ਇਸ ਦੀ ਕਾਰਜਕਾਰਨੀ ਦਾ ਮੈਂਬਰ ਵੀ ਰਿਹਾ। ਰਾਜਨੀਤੀ ਵਿੱਚ ਵੀ ਉਹਨੇ ਆਪਣਾ ਹੱਥ ਅਜਮਾਇਆ, ਪਰੰਤੂ ਜ਼ਿੰਦਗੀ ਨੇ ਉਸ ਨੂੰ ਹਮੇਸ਼ਾ ਅਜਿਹਾ ਪਟੜੀ ਤੋਂ ਉਤਾਰਿਆ ਕਿ ਦੁਬਾਰਾ ਉਸ ਨੂੰ ਆਪਣੀ ਜ਼ਿੰਦਗੀ ਤੋਰਨ ਲਈ ਬਹੁਤ ਪਾਪੜ ਵੇਲਣੇ ਪਏ। ਪਰੰਤੂ ਮੈਂ ਉਸ ਦੀ ਇਸ ਗੱਲੋਂ ਦਾਦ ਦਿੰਦਾ ਹਾਂ ਕਿ ਰਾਜਕੁਮਾਰ ਨੇ ਆਪਣੀ ਇਸ ਜੱਦੋ-ਜਹਿਦ ਜ਼ਿੰਦਗੀ ਦੇ ਵਿੱਚ ਕਦੇ ਵੀ ਢਹਿੰਦੀ ਕਲਾ ਵਿੱਚ ਨਹੀਂ ਰਿਹਾ। ਖਾਸ ਤੌਰ 'ਤੇ ਜ਼ਿੰਦਗੀ ਦੇ ਅੰਤਲੇ ਦਿਨਾਂ ਦੇ ਵਿੱਚ ਬੇਸ਼ੱਕ ਉਸ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੇ ਘੇਰ ਲਿਆ ਸੀ, ਪਰੰਤੂ ਫਿਰ ਵੀ ਉਹ ਇਹਨਾਂ ਨਾਲ ਜੂਝਦਾ ਹੋਇਆ ਲਗਾਤਾਰ ਸਾਹਿਤ ਰਚਨਾ ਕਰਦਾ ਰਿਹਾ। ਉਸ ਦਾ ਪ੍ਰਮਾਣ ਇਹ ਹੈ ਕਿ ਚਾਨਣ ਦੀ ਉਡੀਕ ਉਸ ਦਾ ਅੰਤਲਾ ਨਾਵਲ ਉਦੋਂ ਆਇਆ ਜਦੋਂ ਉਹ ਬਿਮਾਰੀ ਦੇ ਮੰਜੇ ਉੱਤੇ ਅਨੇਕਾਂ ਬਿਮਾਰੀਆਂ ਨਾਲ ਜੂਝ ਰਿਹਾ ਸੀ। ਰਾਜਕੁਮਾਰ ਗਰਗ ਦੀ ਸਾਹਿਤਕ ਚੇਤਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਉਸਨੇ ਆਪਣੇ ਨਾਵਲਾਂ ਦੇ ਵਿਸ਼ੇ, ਵਿਸ਼ੇਸ਼ ਤੌਰ 'ਤੇ ਜੱਟ ਦੀ ਜੂਨ, ਟਿੱਬਿਆਂ ਵਿੱਚ ਵਗਦਾ ਦਰਿਆ, ਚੱਕਰਵਿਊਹ ਆਦਿ ਵਿੱਚ ਉਹਨਾਂ ਵਿਸ਼ਿਆਂ ਨੂੰ ਲਿਆ ਜਿਹੜੇ ਸਿੱਧੇ ਤੌਰ 'ਤੇ ਅਜੋਕੇ ਸਿਸਟਮ 'ਤੇ ਚੋਟ ਕਰਦੇ ਸਨ। ਸਾਨੂੰ ਵਿਸ਼ੇਸ਼ ਤੌਰ 'ਤੇ ਪੰਜਾਬੀ ਸਾਹਿਤ ਦੇ ਪਾਠਕਾਂ ਨੂੰ, ਨਾਵਲਾਂ ਦੇ ਪਾਠਕਾਂ ਨੂੰ ਇੱਕ ਅਜਿਹਾ ਘਾਟਾ ਪਿਆ ਹੈ ਜਿਹਦੀ ਪੂਰਤੀ ਹੋਣੀ ਬਹੁਤ ਅਸੰਭਵ ਹੈ। ਪਰ ਮੈਂ ਇਸ ਗੱਲੋਂ ਉਸ ਦੇ ਜੀਵਨ ਸਾਥਣ ਨੂੰ ਬਹੁਤ ਹੀ ਕਾਬਲੀਅਤ ਜੀਵਨ ਜਿਉਣ ਵਾਲੀ ਜੋੜਾ ਸਮਝਦਾ ਹਾਂ, ਜਿਸ ਨੇ ਜ਼ਿੰਦਗੀ ਦੇ ਹਰ ਕਦਮ ਤੇ ਰਾਜਕੁਮਾਰ ਗਰਗ ਦਾ ਡਟ ਕੇ ਸਾਥ ਦਿੱਤਾ। ਦੁੱਖ ਸੁੱਖ ਵਿੱਚ ਹਮੇਸ਼ਾ ਉਹਦੇ ਅੰਗ ਸੰਗ ਰਹੀ ਅਤੇ ਬਿਮਾਰੀ ਦੇ ਦਿਨਾਂ ਵਿੱਚ ਵੀ ਉਸ ਜੀਵਨ ਸਾਥਣ ਨੇ ਕਦੇ ਹੌਸਲਾ ਨਹੀਂ ਹਾਰਿਆ। ਜੀਵਨ ਦੇ ਵਿੱਚ ਅਨੇਕਾਂ ਦੁੱਖਾਂ ਤਕਲੀਫਾਂ ਨੂੰ ਚੱਲਦਾ ਹੋਇਆ ਰਾਜਕੁਮਾਰ ਗਰਗ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਿਹਾ। ਪੰਜਾਬੀ ਤੋਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਉਸ ਦੀਆਂ ਕਈ ਰਚਨਾਵਾਂ ਅਨੁਵਾਦ ਹੋਈਆਂ, ਜਿਨ੍ਹਾਂ ਨੂੰ ਪੰਜਾਬੀ ਤੋਂ ਬਾਹਰਲੇ ਪਾਠਕਾਂ ਨੇ ਵੀ ਭਰਪੂਰ ਹੁੰਗਾਰਾ ਦਿੱਤਾ। ਖੇਤੀ ਵਿਗਿਆਨ ਦਾ ਮਾਹਰ ਹੋਣ ਕਰਕੇ ਉਸ ਨੇ
ਖੇਤੀ ਵਿਗਿਆਨ ਨਾਲ ਸੰਬੰਧਿਤ ਵੀ ਅਨੇਕਾਂ ਪੁਸਤਕਾਂ ਦਿੱਤੀਆਂ। ਮਸਤਵਾਣਾ ਕਾਲਜ ਦੇ ਵਿੱਚੋਂ ਰਾਜਕੁਮਾਰ ਗਰਗ ਨੇ ਆਪਣੀ ਜ਼ਿੰਦਗੀ ਦਾ ਪਹਿਲਾ ਪੜਾਅ ਉਦੋਂ ਸ਼ੁਰੂ ਕੀਤਾ ਜਦੋਂ ਉਸਨੇ BSc ਐਗਰੀਕਲਚਰ ਦੇ ਵਿੱਚ ਦਾਖਲਾ ਲਿਆ ਔਰ ਜ਼ਿੰਦਗੀ ਦੇ ਅੰਤਲੇ ਦਿਨਾਂ ਦੇ ਵਿੱਚ ਇਸ ਸੰਸਥਾ ਦੇ ਵਿੱਚ ਉਸਨੇ ਖੇਤੀ ਵਿਗਿਆਨ ਦੇ ਅਧਿਆਪਕ ਵਜੋਂ ਆਪਣੀ ਸੇਵਾ ਵੀ ਦਿੱਤੀ। ਰਾਜਕੁਮਾਰ ਗਰਗ ਦੀ ਯਾਦ ਦੇ ਵਿੱਚ ਉਸ ਦਾ ਅੰਤਲਾ ਨਾਵਲ ਚਾਨਣ ਦੀ ਉਡੀਕ ਵੀ ਉਸ ਦੇ ਇਸ ਜੱਗ ਤੋਂ ਤੁਰ ਜਾਣ ਤੋਂ ਪਹਿਲਾਂ ਕੁਝ ਦੇਰ ਹੀ ਇੱਥੇ ਸਾਹਿਤ ਸਭਾ ਸੰਗਰੂਰ ਨੇ ਉਸ ਨੂੰ ਰਿਲੀਜ਼ ਕੀਤਾ, ਜਿਹਦੇ ਵਿੱਚ ਰਾਜਕੁਮਾਰ ਗਰਗ ਤੇ ਉਸ ਦੇ ਮਿੱਤਰ ਸ਼ਾਮਲ ਹੋਏ। ਮੈਂ ਵਿਸ਼ੇਸ਼ ਤੌਰ ਤੇ ਰਾਜਕੁਮਾਰ ਗਰਗ ਦੀ ਨਾਵਲ ਕਲਾ ਦਾ ਕਾਇਲ ਹਾਂ, ਜਿਸ ਨੇ ਹਮੇਸ਼ਾ ਹੀ ਉਸ ਵਰਗ ਦਾ ਪੱਖ ਪੂਰਿਆ ਹੈ ਜਿਹੜਾ ਵਰਗ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਵਿੱਚ ਵੀ ਰਿਹਾ ਹੈ ਔਰ ਜਿਸ ਨੇ ਤਸ਼ੱਦਦ ਅਤੇ ਮਿਹਨਤ, ਮਸ਼ੱਕਤ, ਮਜਬੂਰੀਆਂ, ਸਮੱਸਿਆਵਾਂ ਦੇ ਨਾਲ 2-4 ਹੱਥ ਵੀ ਕੀਤੇ ਹਨ। ਅੱਜ ਅਸੀਂ ਉਸ ਨੂੰ ਇੱਕ ਸ਼ਰਧਾਂਜਲੀ ਦੇ ਤੌਰ ਤੇ ਇਹ ਗੱਲ ਕਹਿ ਸਕਦੇ ਹਾਂ ਕਿ ਰਾਜਕੁਮਾਰ ਗਰਗ ਵਿਸ਼ੇਸ਼ ਤੌਰ ਤੇ ਜੱਟ ਦੀ ਜੂਨ ਵਾਲਾ ਰਾਜਕੁਮਾਰ ਗਰਗ ਹਮੇਸ਼ਾ ਹੀ ਪੰਜਾਬੀ ਪਾਠਕਾਂ ਦੇ ਚੇਤਿਆਂ ਵਿੱਚ ਕਾਇਮ ਰਹੇਗਾ। ਸਾਜ ਹਾਂਜੀ ਭਾਜੀ ਆਜੋ। ਕੀ ਗੱਲ ਬੜਾ ਪਰੇਸ਼ਾਨ ਜਿਹਾ ਲੱਗ ਰਿਹਾ? ਪਰੇਸ਼ਾਨੀ ਭਾਜੀ, ਪਰੇਸ਼ਾਨੀ ਤਾਂ ਹੈਗੀ ਆ। ਨਾ ਕੁਝ ਨਵਾਂ ਪੜਨ ਨੂੰ ਤੇ ਨਾ ਵੇਖਣ ਨੂੰ। ਬੰਦਾ ਕਿੰਨਾ ਕੁ ਚਿਰ ਆਪਣੇ ਆਪ ਨਾਲ ਗੱਲਾਂ ਕਰੀ ਜਾਵੇ। ਉਹ ਦਿਲ ਕੋ ਛੱਡੀ ਬੈਠਾ, ਤੈਨੂੰ ਨਵੇਂ ਜ਼ਮਾਨੇ ਦੀ ਨਵੀਂ ਚੀਜ਼ ਵਿਖਾਉਣਾ। ਨਵੀਂ ਚੀਜ਼? ਉਹ ਕਿਹੜੀ ਭਾਜੀ? ਕਹਾਣੀਆਂ ਤੇ ਕਵਿਤਾਵਾਂ ਦੇ ਲੇਖਕਾਂ ਨਾਲ ਮੁਲਾਕਾਤ, ਥੀਏਟਰ ਦੇ ਆਰਟਿਸਟਾਂ ਨਾਲ ਮੁਲਾਕਾਤ, ਡਾਇਰੈਕਟਰਾਂ ਨਾਲ ਮੁਲਾਕਾਤ, ਨਵੀਆਂ ਕਿਤਾਬਾਂ ਤੇ ਚਰਚਾ ਤੇ ਹੋਰ ਵੀ ਬਹੁਤ ਕੁਝ। ਜਦੋਂ ਚਾਹੋ, ਜਿੱਥੇ ਚਾਹੋ। ਅੱਛਾ, ਇਹ ਕਿਦਾਂ ਭਾਜੀ? ਜਰਾ ਦੱਸੋ ਮੈਨੂੰ ਚੰਗੀ ਤਰ੍ਹਾਂ। ਆਪਣਾ YouTube ਚੈਨਲ ਖੋਲ ਤੇ ਟਾਈਪ ਕਰ ਦਸਤਾਵੇਜ਼ ਮੈਗਜ਼ੀਨ, DASTAVEZ ਮੈਗਜ਼ੀਨ। ਲਿਖਤਾ ਭਾਜੀ? ਇਹ ਤਾਂ ਕਮਾਲ ਹੀ ਹੋ ਗਈ ਭਾਜੀ। ਹੁਣ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਤੇ ਬੈਲ ਦਾ ਆਈਕਨ ਵੀ ਦਬ ਦੇ। ਭਾਜੀ ਕਰਤਾ ਤੇ ਘੰਟੀ ਵੀ ਦੱਬਤੀ ਜੀ। ਸਾਹਿਤ ਦੇ ਖੇਤਰ ਵਿੱਚ ਨਵੀਂ ਪੁਲਾਂਘ, ਦਸਤਾਵੇਜ਼ ਮੈਗਜ਼ੀਨ। ਜੁੜੋ ਸਾਹਿਤ ਨਾਲ, ਜਦੋਂ ਮਰਜ਼ੀ, ਜਿੱਥੇ ਮਰਜ਼ੀ। ਤੇਰਾ, ਮੇਰਾ ਤੇ ਸਾਡਾ ਸਭ ਦਾ ਦਸਤਾਵੇਜ਼ YouTube ਮੈਗਜ਼ੀਨ।